बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। आमीन सुम्मा आमीन। अज दे विलाग दे विच मैं तुहानूं एक इंतहाई अफसोसनाक वाक़या ਜਿਹੜਾ ਬਹਾਵਲ ਨਗਰ ਦੇ ਇਲਾਕੇ ਕੋਟ ਅਬਾਸ ਦੇ ਵਿੱਚ 18 ਨਵੰਬਰ ਨੂੰ ਪੇਸ਼ ਆਇਆ ਕਿ ਇੱਕ ਲੜਕੀ ਅੱਜ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਸਾਦੀਆ ਤੇ ਇਹ ਆਪਣੇ ਸਕੇ ਚਾਚੇ ਦੇ ਘਰ ਵਿਆਹੀ ਜਾਂਦੀ ਆ ਔਰ ਚਾਚੇ ਦੇ ਘਰ ਜਾ ਕੇ 2 ਸਾਲ ਤੱਕ ਰਹਿੰਦੀ ਆ। ਅੱਲਾਹ ਤਾਲਾ ਨੇ ਇੱਕ ਇਹਨੂੰ ਬੇਟੀ ਵੀ ਦਿੱਤੀ, ਲੇਕਿਨ ਸ਼ੈਤਾਨ ਨੇ ਐਸਾ ਵਸਵਸਾ ਪਾਇਆ, ਐਸੇ ਵਹਿਮ ਦੇ ਵਿੱਚ ਪਾਇਆ ਇਹਦੀ ਸੱਸ ਨੂੰ। ਇਹਦੀ ਸੱਸ ਜਿਹੜੀ ਹੈ ਨਾ ਇਹਦੀ ਜਾਨ ਦੀ ਵੈਰੀ ਹੋ ਗਈ ਤੇ ਬਸ ਫਿਰ ਜਾਨ ਲੈ ਕੇ ਹਟੀ। ਉਹਦੀ ਮੁਕੰਮਲ ਤਫਸੀਲਾਤ ਕਿ ਇਹ ਵਾਕਿਆ ਕਿਸ ਤਰ੍ਹਾਂ ਪੇਸ਼ ਆਇਆ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਬਹਾਵਲ ਨਗਰ ਦਾ ਇਲਾਕਾ ਹੈ ਕੋਟ ਅਬਾਸ, ਉੱਥੇ ਦਾ ਇਹ 18 ਨਵੰਬਰ ਨੂੰ ਵਾਕਿਆ ਪੇਸ਼ ਆਇਆ। ਉੱਥੇ ਇੱਕ ਖਾਨਦਾਨ ਦਾ ਸਰਬਰਾਹ ਹੈ ਜਿਹਦਾ ਨਾਮ ਹੈ ਸਰਦਾਰ। सरदार दी बीवी का नाम है बानो बीबी। सरदार और बानो नूं अल्लाह ताला ने 3 बच्चे दिते, 2 बेटियां एक बेटा। पहली बेटी जिहड़ी बड़ी सी उहदा नाम सी अक्सा, दूसरे नंबर ते जिहड़ी बेटी सी उहदा नाम सी सादिया, तीसरे नंबर ते अल्लाह ताला ने उन्हां नूं बेटा दिता जिहदा नाम रखिया हमजा। हुण सरदार जिहड़ा सी इने जिहड़ी वड्डी बेटी सी अक्सा उहदी शादी जिहड़ी आ उहदा बड़ा भाई सी मुख्तार ते उहदा बेटा सी जुबैर उहदे नाल कर दित्ती। हुण दूसरे नंबर ते सादिया सी। सादिया दी शादी इने अपने बड़े भरा इफ्तिखार दा एक बेटा सी अरसलान उहदे नाल कर दित्ती। अरसलान जिहड़ा सी ਇਹ ਰਿਸ਼ਤੇ ਦੇ ਵਿੱਚ ਭਤੀਜਾ ਵੀ ਲੱਗਿਆ ਤੇ ਜਵਾਈ ਵੀ ਲੱਗਿਆ ਤੇ ਇਹਨੇ ਆਪਣੇ ਭਰਾ ਨੂੰ ਕਿਹਾ ਕਿ ਭਰਾ ਆਪਾਂ ਰਿਸ਼ਤਾ ਜਿਹੜਾ ਨਾ ਆਪਸ ਵਿੱਚ ਹੀ ਘਰ ਹੀ ਕਰ ਲਈਏ। ਬਾਹਰ ਜਿਹੜੇ ਗੈਰ ਨੇ ਨਾ ਪਤਾ ਨਹੀਂ ਲੱਗਦਾ ਉਹਨਾਂ ਦਾ ਉਹ ਕਿੱਦਾਂ ਦੇ ਹੁੰਦੇ ਨੇ, ਗਲਤ ਨਿਕਲ ਆਉਂਦੇ ਨੇ। ਮੁੰਡੇ ਦਾ ਨਹੀਂ ਪਤਾ ਲੱਗਦਾ ਫੀਮੀ ਆ, ਚਰਸੀ ਆ, ਨਸ਼ਈ ਆ, ਸ਼ਰਾਬੀ ਆ, ਕਬਾਬੀ ਆ। ਅੱਜ ਕੱਲ੍ਹ ਹਾਲਾਤ ਹੀ ਇੱਦਾਂ ਦੇ ਨੇ ਕਿ ਬੱਚੇ ਜਿਹੜੇ ਨੇ ਬਹੁਤ ਨਸ਼ਈ ਹੋ ਗਏ ਨੇ। ਤੇ ਉਹਨੇ ਕਿਹਾ ਕਿ ਆਪਾਂ ਸ਼ਾਦੀ ਘਰ 'ਚ ਹੀ ਕਰ ਲਈਏ ਤੇ ਉਹਨਾਂ ਨੇ ਆਪਣੇ ਭਤੀਜੇ ਨੂੰ ਸਾਦੀਆ ਦਾ ਰਿਸ਼ਤਾ ਕਰ ਦਿੱਤਾ ਅਰਸਲਾਨ ਦੇ ਨਾਲ। ਹੁਣ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ? ਇੱਕ ਉਹਦਾ ਭਰਾ ਜਿਹੜਾ ਇਫਤਖਾਰ, ਉਹਦੀ ਬੀਵੀ ਨੁਸਰਤ ਪਰਵੀਨ ਤੇ ਇੱਕ ਬੇਟਾ ਦੇਵਰ ਜ਼ੀਸ਼ਾਨ ਛੋਟਾ ਸੀ ਤੇ ਇੱਕ ਅਰਸਲਾਨ। ਅਰਸਲਾਨ ਦੇ ਨਾਲ ਤਾਂ ਸਾਦੀਆ ਦੀ ਸ਼ਾਦੀ ਹੋ ਗਈ ਨਾ। ਅੱਛਾ, 2023 ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਦੀ ਸ਼ਾਦੀ ਹੋਈ ਸੀ। ਅੱਲਾਹ ਤਾਲਾ ਨੇ ਇਹਨਾਂ ਨੂੰ ਇੱਕ ਬੇਟੀ ਦਿੱਤੀ, ਬੜੀ ਖੂਬਸੂਰਤ ਬੇਟੀ ਤੋਂ ਨਵਾਜ਼ਿਆ। ਬੇਟੀ ਜਿਹੜੀ ਆ ਵੈਸੇ ਵੀ ਰਹਿਮਤ ਹੁੰਦੀ ਆ। ਅੱਲਾਹ ਤਾਲਾ ਦੀ ਐਸੀ ਕਰਨੀ ਹੋਈ। ਆਸਤਾ ਆਸਤਾ ਟਾਈਮ ਗੁਜ਼ਰਦਾ ਗਿਆ, ਵਕਤ ਦੇ ਨਾਲ ਨਾਲ ਇਹਨਾਂ ਦੇ ਹਾਲਾਤ ਜਿਹੜੇ ਨੇ ਨਾ ਮੁਆਸ਼ੀ ਹਾਲਾਤ ਤੰਗ ਹੁੰਦੇ ਗਏ, ਹੱਥ ਤੰਗ ਹੁੰਦਾ ਗਿਆ। ਇਹਨਾਂ ਦੇ ਘਰ ਦੇ ਹਾਲਾਤ ਜਿਹੜੇ ਖਰਾਬ ਹੁੰਦੇ ਗਏ। ਜਿਹੜੀ ਹੁਣ ਸੱਸ ਸੀ ਨਾ ਨੁਸਰਤ ਪਰਵੀਨ, ਉਹਨੇ ਨਾ ਇੱਕ ਦਿਨ ਸਾਰਿਆਂ ਨੂੰ ਇਕੱਠਾ ਕੀਤਾ, ਬੁਲਾ ਕੇ ਕਹਿੰਦੀ ਸਾਰੇ ਜਣੇ ਇੱਧਰ ਆਵੋ ਮੇਰੇ ਕੋਲ। ਉਹਨੇ ਸਾਰਿਆਂ ਨੂੰ ਇਕੱਠਾ ਕਰ ਲਿਆ, ਕਰਕੇ ਕਹਿੰਦੀ ਕਿ ਅੱਜ ਰਾਤ ਮੈਨੂੰ ਖ਼ਾਬ ਆਇਆ ਕਿ ਇਹ ਜਿਹੜੀ ਸਾਦੀਆ ਆ ਨਾ ਜਦੋਂ ਵੀ ਆਪਣੇ ਪੇਕਿਆਂ ਦੇ ਘਰ ਜਾਂਦੀ ਆ ਤੇ ਜਾ ਕੇ ਉੱਥੇ ਕਾਲਾ ਜਾਦੂ ਕਰਵਾਉਂਦੀ ਆ, ਤਵੀਜ਼ ਕੰਡੇ ਕਰਵਾਉਂਦੀ ਆ ਔਰ ਸਾਡੇ ਉੱਤੇ ਕਰਵਾਉਂਦੀ ਆ, ਜਿਹਦੀ ਵਜ੍ਹਾ ਦੇ ਨਾਲ ਸਾਡੇ ਹਾਲਾਤ ਜਿਹੜੇ ਨੇ ਬੜੇ ਖਰਾਬ ਹੋ ਗਏ, ਕਾਰੋਬਾਰ ਠੱਪ ਹੋ ਗਿਆ। ਇਹ ਸਾਰਾ ਕੰਮ ਜਿਹੜੀ ਆ ਸਾਦੀਆ ਕਰਵਾਉਂਦੀ ਆ। ਅਰਸਲਾਨ ਅੱਜ ਤੋਂ ਬਾਅਦ ਤੂੰ ਸਾਦੀਆ ਨੂੰ ਇਹਦੇ ਵਾਲदैन ਦੇ ਘਰ ਨਹੀਂ ਜਾਣ ਦੇਣਾ। ਇਹ ਆਪਣੀ ਅੰਮੀ ਅੱਬੂ ਨੂੰ ਮਿਲਣ ਨਾ ਜਾਵੇ। ਅਗਰ ਇਹ ਜਾਵੇਗੀ ਤਾਂ ਇਹਨੂੰ ਤੂੰ ਤਲਾਕ ਦੇ ਦੇਣੀ ਆ ਔਰ ਇਹਦੇ ਕੋਲੋਂ ਬੇਟੀ ਨੂੰ ਖੋਹ ਲੈਣਾ। ਸਾਦੀਆ ਜਿਹੜੀ ਆ ਕਹਿੰਦੀ ਆ ਚਾਚੀ ਕਿਹੜੀ ਤੂੰ ਗੱਲ ਕਰਦੀ ਆ, ਇਹ ਮੇਰਾ ਆਪਣਾ ਘਰ ਆ ਤੇ ਮੈਂ ਇਹਨੂੰ ਕਿਵੇਂ ਖਰਾਬ ਕਰਾਂਗੀ, ਕਿੱਦਾਂ ਤਵੀਜ਼ ਗੰਡੇ ਕਰਾਵਾਂਗੀ ਤੇ ਮੈਨੂੰ ਕਿਹੜੀ ਲੋੜ ਆ। ਤੇ ਚਾਚੀ ਜਿਹੜੀ ਹੈ ਨੁਸਰਤ ਪਰਵੀਨ ਕਹਿੰਦੀ ਚੁੱਪ ਕਰਕੇ ਬੈਠ, ਮੈਨੂੰ ਰਾਤੀ ਸਾਰਾ ਕੁਝ ਖਾਬ ਦੇ ਵਿੱਚ ਨਜ਼ਰ ਆ ਗਿਆ ਔਰ ਮੇਰਾ ਜਿਹੜਾ ਖਾਬ ਆ ਇਹ ਬਿਲਕੁਲ ਠੀਕ ਆ ਔਰ ਜੋ ਮੈਨੂੰ ਇਸ਼ਾਰਾ ਹੋਇਆ ਠੀਕ ਹੋਇਆ। ਹੁਣ ਤੁਸੀਂ ਦੇਖੋ ਨੁਸਰਤ ਪਰਵੀਨ ਨਾ ਕੋਈ ਉਹਦੇ ਕੋਲ ਦਲੀਲ ਆ ਨਾ ਕੁਛ ਆ। ਉਹ ਸ਼ੈਤਾਨ ਨੇ ਉਹਨੂੰ ਬਹਿਕਾਵੇ ਦੇ ਵਿੱਚ ਪਾ ਦਿੱਤਾ। ਕੁਛ ਸ਼ੈਤਾਨ ਦੀ ਤਰਫੋਂ ਖਾਬ ਆਇਆ ਹੋਏਗਾ ਤੇ ਉਹਦੇ ਪਿੱਛੇ ਲੱਗ ਗਈ ਤੇ ਬਸ ਉਹ ਸਾਦੀਆ ਦੇ ਪਿੱਛੇ ਹੋ ਗਈ ਤੇ ਉਹਦੀ ਜਾਨ ਦੀ ਦੁਸ਼ਮਣ ਬਣ ਗਈ। ਕੁਦਰਤੀ ਗੱਲ ਆ ਕਿ 17 ਨਵੰਬਰ ਨੂੰ ਹਮਜ਼ਾ ਜਿਹੜਾ ਸਾਦੀਆ ਦਾ ਭਰਾ ਫੋਨ ਕਰਦਾ ਕਿ ਬਾਜੀ ਅਮੀ ਦੀ ਤਬੀਅਤ ਬੜੀ ਖਰਾਬ ਆ, ਅਮੀ ਨੂੰ ਮੈਂ ਹਸਪਤਾਲ ਲੈ ਕੇ ਜਾ ਰਿਹਾ ਤੇ ਫਿਰ ਨਾ ਕਹਿਣਾ ਕਿ ਮੈਨੂੰ ਦੱਸਿਆ ਨਹੀਂ ਤੇ ਮੈਨੂੰ ਖਬਰ ਨਹੀਂ ਹੋਈ ਤੇ ਤੂੰ ਫੌਰਨ ਆ ਜਾ ਤੇ ਆ ਕੇ
ਉਹਦੀ ਖਬਰ ਲੈ ਜਾ। ਇਹ ਜਾਂਦੀ ਆਪਣੀ ਚਾਚੀ ਕੋ, ਨੁਸਰਤ ਪਰਵੀਨ ਸੱਸ ਕੋਲ ਜਾ ਕੇ ਕਹਿੰਦੀ ਆ ਕਿ ਅੰਮੀ ਇਸ ਤਰ੍ਹਾਂ ਅੰਮੀ ਨੂੰ ਹਮਜ਼ਾ ਜਿਹੜਾ ਨਾ ਲੈ ਕੇ ਹਸਪਤਾਲ ਚਲ ਗਿਆ, ਤਬੀਅਤ ਬੜੀ ਖਰਾਬ ਆ ਤੇ ਮੈਂ ਉਹਦੀ ਖਬਰ ਲੈਣ ਜਾਣਾ ਤੇ ਮੈਨੂੰ ਇਜਾਜ਼ਤ ਦਿਓ। ਮੈਂ ਇਜਾਜ਼ਤ ਲੈਣ ਆਈ ਹਾਂ। ਨੁਸਰਤ ਪਰਵੀਨ ਕਹਿੰਦੀ ਆਰਾਮ ਨਾਲ ਬੈਠ, ਕੋਈ ਇਜਾਜ਼ਤ ਨਹੀਂ ਹੈਗੀ। ਉਹ ਅੱਗੋਂ ਕਹਿਣ ਲੱਗੀ ਕਿ ਅੰਮੀ, ਉਹ ਅੰਮੀ ਜਿਹੜੀ ਆ ਤੁਹਾਡੀ ਵੀ ਕੁਛ ਲੱਗਦੀ ਆ, ਚਲੋ ਆਪਾਂ ਦੋਨੋਂ ਚੱਲਦੇ ਹਾਂ, ਜਾ ਕੇ ਖਬਰ ਲੈ ਆਉਂਦੇ ਹਾਂ। ਉਹ ਕਹਿੰਦੀ ਬਿਲਕੁਲ ਨਹੀਂ ਜਾਣਾ ਹੈਗਾ, ਅਗਰ ਤੂੰ ਜਾਏਂਗੀ ਤਾਂ ਤੈਨੂੰ ਤੋਹਫੇ ਦੇ ਵਿੱਚ ਤਲਾਕ ਅਸੀਂ ਭੇਜ ਦਿਆਂਗੇ ਤੇ ਬੱਚੀ ਵੀ ਖੋਲਣੀ ਆ ਅਸੀਂ। ਤੇ ਉਹ ਵਿਚਾਰੀ ਉੱਠਦੀ ਆ, ਉੱਠ ਕੇ ਅੰਦਰ ਚਲ ਜਾਂਦੀ ਹੈ, ਜਾ ਕੇ ਰੋਣ ਲੱਗ ਪੈਂਦੀ ਹੈ ਸਾਦੀਆ। ਉਸ ਤੋਂ ਬਾਅਦ 18 ਨਵੰਬਰ ਨੂੰ ਦੁਪਹਿਰ ਨੂੰ 2:30 ਵਜੇ ਸਾਦੀਆ ਦਾ ਸਹੁਰਾ ਜਿਹੜਾ ਇਫਤਖਾਰ ਫੋਨ ਕਰਦਾ ਆਪਣੇ ਭਰਾ ਸਰਦਾਰ ਨੂੰ, ਕਹਿੰਦਾ ਕਿ ਭਾਜੀ ਫੌਰਨ ਪਹੁੰਚੋ, ਸਾਦੀਆ ਨੇ ਕਣਕ ਵਾਲੀਆਂ ਜਿਹੜੀਆਂ ਗੋਲੀਆਂ ਨਾ ਉਹ ਖਾ ਲਈਆਂ ਤੇ ਫੌਤ ਹੋ ਗਈ ਆ। ਉਹਦਾ ਭਰਾ ਬੜਾ ਪਰੇਸ਼ਾਨ ਹੋ ਜਾਂਦਾ। ਇਫਤਖਾਰ ਫੌਰੀ ਦੌੜਦਾ ਆ ਕੇ ਵੇਖਦਾ, ਜਿਸ ਵੇਲੇ ਵੇਖਦਾ ਕਿ ਸਾਦੀਆ ਜਿਹੜੀ ਆ ਫੌਤ ਹੋ ਚੁੱਕੀ, ਮਰ ਗਈ। ਉਹ ਆ ਕੇ ਕਹਿੰਦਾ ਕਿ ਸਾਦੀਆ ਨੇ ਕਿਉਂ ਗੋਲੀਆਂ ਖਾਧੀਆਂ? ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਇਹਨੇ ਕਿਉਂ ਗੋਲੀਆਂ ਖਾਧੀਆਂ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਫੋਨ ਆਇਆ ਸੀ, ਉਹ ਜਾਣ ਨਹੀਂ ਦਿੱਤਾ, ਜਿਹਦੀ ਵਜ੍ਹਾ ਨਾਲ ਹੋ ਸਕਦਾ ਇਹਨੇ ਗੋਲੀਆਂ ਖਾ ਲਈਆਂ ਹੋਣ। ਅੱਗੋਂ ਇਫਤਖਾਰ ਕਹਿੰਦਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਸਾਦੀਆ ਗੋਲੀਆਂ ਖਾ ਲਵੇ, ਕਿਉਂਕਿ ਸਾਦੀਆ ਨੂੰ ਆਪਣੀ ਬੱਚੀ ਜਿਹੜੀ ਆ ਬਹੁਤ ਹੀ ਪਿਆਰੀ ਆ, ਉਹਦੇ ਨਾਲ ਬਹੁਤ ਪਿਆਰ ਕਰਦੀ ਆ, ਉਹ ਤੋਂ ਬਗੈਰ ਉਹ ਰਹਿ ਨਹੀਂ ਸਕਦੀ ਹੈਗੀ। ਤੇ ਇਹ ਮੈਂ ਨਹੀਂ ਮੰਨਦਾ ਕਿ ਇਹਨੇ ਗੋਲੀਆਂ ਖਾਧੀਆਂ। ਇਹ ਗੋਲੀਆਂ ਤੁਸੀਂ ਇਹਨੂੰ ਜ਼ਬਰਦਸਤੀ ਖਵਾਈਆਂ ਔਰ ਇਹਨੇ ਖਾਧੀਆਂ ਨਹੀਂ ਹੈਗੀਆਂ। ਤੇ ਫਿਰ ਉਸ ਤੋਂ ਬਾਅਦ 15 ਤੇ ਕਾਲ ਹੁੰਦੀ ਆ, ਪੁਲਿਸ ਆ ਜਾਂਦੀ ਆ, ਪੁਲਿਸ ਚੁੱਕਦੀ ਆ, ਉਹਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਲੈ ਜਾਂਦੀ ਆ ਔਰ ਫਿਰ ਇੱਕ FIR ਦਰਜ ਕਰਦੀ ਆ। ਉਸ FIR ਦੇ ਵਿੱਚ ਜਿਨ੍ਹਾਂ ਦੇ ਨਾਮ ਲਿਖੇ ਗਏ ਉਹਦੇ ਵਿੱਚ ਇਫਤਖਾਰ ਦਾ ਛੋਟਾ ਬੇਟਾ ਜ਼ੀਸ਼ਾਨ ਔਰ ਬੀਵੀ ਦਾ ਸ਼ੌਹਰ ਅਰਸਲਾਨ ਔਰ ਉਹਦੀ ਬੀਵੀ ਨੁਸਰਤ ਪਰਵੀਨ, ਇਹਨਾਂ ਚਾਰਾਂ ਦੇ ਨਾਮ FIR ਦੇ ਵਿੱਚ ਲਿਖੇ ਗਏ ਔਰ ਇਹਨਾਂ ਦੇ ਉੱਤੇ ਨਾਮਜ਼ਦ FIR ਕਟਵਾਤੀ ਗਈ। ਔਰ ਹੁਣ ਉਹ ਬੰਦੇ ਚਾਰੋਂ ਜਣੇ ਅਬੂਰੀ ਜ਼ਮਾਨਤ ਤੇ ਬਾਹਰ ਨੇ। ਹਜੇ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹਦੇ ਨਾਲ ਕੀ ਵਾਕਿਆ ਹੋਇਆ। ਲੇਕਿਨ ਗੱਲ ਇਹ ਆ, ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਕਿੱਦਾਂ ਪਤਾ ਚੱਲੇਗਾ ਕਿਹੜੀ ਚੀਜ਼ ਆ ਚੈੱਕ ਕਰਨੇ ਵਾਲੀ, ਕਿ ਜਿਹੜੀਆਂ ਗੋਲੀਆਂ ਇਹਨੇ ਖਾਧੀਆਂ ਆਪ ਖਾਧੀਆਂ ਜਾਂ ਇਹਨਾਂ ਨੇ ਜ਼ਬਰਦਸਤੀ ਖਵਾਈਆਂ। ਇਹ ਅੱਲਾ ਹੀ ਬਿਹਤਰ ਜਾਣਦਾ। ਬੜੀ ਇੱਕ ਸਟੋਰੀ ਆ, ਫਸ ਗਈ ਆ ਸਮਝ ਕਿ ਹੁਣ ਗੋਲੀਆਂ ਦਾ ਪਤਾ ਨਹੀਂ ਲੱਗਣਾ ਕਿ ਇਹਨਾਂ ਨੇ ਜ਼ਬਰਦਸਤੀ ਉਹਨੂੰ ਖਵਾਈਆਂ ਜਾਂ ਉਹਨੇ ਆਪ ਖਾਧੀਆਂ। ਤੇ ਇਹ ਬੜਾ ਹੀ ਦਿਲ ਖਰਾਸ਼ ਵਾਕਿਆ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਜ ਕੱਲ ਆਪਣੇ ਵੀ ਪਤਾ ਨਹੀਂ ਕਿਉਂ ਬੇਗਾਨੇ ਹੋ ਗਏ ਨੇ ਔਰ ਕਿਸੇ ਨੂੰ ਵੀ ਇੱਕ ਦੂਜੇ ਦੇ ਨਾਲ ਤਰਸ ਖਿਆਲ ਨਹੀਂ ਆਉਂਦਾ ਕਿ ਯਾਰ ਮੇਰੀ ਵੀ ਬੇਟੀ ਹੋਏਗੀ, ਕੱਲ ਨੂੰ ਕਿਸੇ ਦੇ ਘਰ ਜਾਏਗੀ ਤੇ ਉਹਦੇ ਨਾਲ ਵੀ ਇਸ ਤਰ੍ਹਾਂ ਦਾ ਜ਼ੁਲਮ ਹੋ ਸਕਦਾ। ਇਸ ਤਰ੍ਹਾਂ ਦਾ ਬੰਦੇ ਨੂੰ ਆਪਣੇ ਜ਼ਿਹਨ ਦੇ ਵਿੱਚ ਖਿਆਲ ਬਿਠਾ ਕੇ ਰੱਖਣਾ ਚਾਹੀਦਾ। ਕਿਸੇ ਦੀ ਧੀ ਭੈਣ ਦੇ ਨਾਲ ਜ਼ਿਆਦਤੀ ਨਹੀਂ ਕਰਨੀ ਚਾਹੀਦੀ। ਇਹ ਸ਼ੈਤਾਨ ਜਿਹੜਾ ਨਾ ਇਨਸਾਨ ਨੂੰ ਤਬਾਹ ਬਰਬਾਦ ਕਰ ਦਿੰਦਾ। ਤੁਸੀਂ ਦੇਖੋ ਇੱਕ ਹੱਸਦਾ ਵਸਦਾ ਘਰ ਸ਼ੈਤਾਨ ਨੇ ਸਿਰਫ ਉਹਦੇ ਵਹਿਮ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ, ਉਹਨੂੰ ਖ਼ਾਬ ਦੇ ਵਿੱਚ ਨਜ਼ਰ ਆਇਆ ਔਰ ਐਸਾ ਵਹਿਮ ਪਾਇਆ, ਵਸਵਸਾ ਪਾਇਆ ਕਿ ਘਰ ਸਾਰਾ ਬਰਬਾਦ ਹੋ ਗਿਆ। ਉਹ ਬੱਚੀ ਵੀ ਮਰ ਗਈ ਤੇ ਆਪ ਵੀ ਹੁਣ ਜੇਲ੍ਹ ਭੁਗਤਣਗੇ। ਇਹ ਸੀ ਵਾਕਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਬਹੁਤ ਹੀ ਅਫਸੋਸਨਾਕ ਵਾਕਿਆ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹ।